ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਤੁਹਾਡੇ ਲਈ ਲੈ ਕੇ ਹਾਜ਼ਰ। ਪੰਜਾਬ ਐਬਰੋਡ ਤੇ ਸਾਡੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਸ਼੍ਰੀ ਅਰਵਿੰਦਰ ਸਿੰਘ ਜੋ ਰਾਇਲ ਟਰੈਵਲਸ ਤੋਂ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਐਬਰੋਡ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਔਰ ਸੰਜੀਵ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ ਫॉर ਕਮਿੰਗ। ਕਿ ਤੁਸੀਂ ਹਮੇਸ਼ਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਆ ਕੇ ਆਪਣੇ ਐਕਸਪੀਰੀਅੰਸ ਸਾਂਝੇ ਕਰਦੇ ਹੋ। ਪਿਛਲੀ ਵਾਰ ਤੁਸੀਂ ਜਿਹੜਾ ਪ੍ਰੋਗਰਾਮ ਕੀਤਾ ਸੀ ਕਮੈਂਟਸ ਆਏ ਨੇ ਕਈਆਂ ਦੇ ਉਸ ਵੀਡੀਓ ਦੇ ਉੱਤੇ। ਇੱਕ ਕਮੈਂਟ ਇਹ ਵੀ ਹੈ ਕਿ ਕਈ ਅਟਾਰਨੀਜ਼ ਤੁਹਾਡੇ ਨਾਲ ਇਤਫਾਕ ਨਹੀਂ ਰੱਖਦੇ, ਕਿਉਂਕਿ ਤੁਸੀਂ ਦੱਸਿਆ ਸੀ ਕਿ ਜਿਨ੍ਹਾਂ ਨੇ ਪੱਕਾ ਵੀਜ਼ਾ ਅਪਲਾਈ ਕੀਤਾ ਹੋਵੇ ਉਹ ਜਾ ਸਕਦੇ ਨੇ, ਫੇਰਾ ਪਾਉਣ ਵੀ ਜਾ ਸਕਦੇ ਨੇ, ਪਰ ਉਹ ਕਹਿੰਦੇ ਨੇ ਕਿ ਅਟਾਰਨੀਜ਼ ਕਹਿੰਦੇ ਨੇ ਕਿ ਨਹੀਂ, ਤੁਹਾਨੂੰ ਵੇਟ ਕਰਨੀ ਪੈਗੀ, ਉਦੋਂ ਤੱਕ ਤੁਸੀਂ ਜਾ ਹੀ ਨਹੀਂ ਸਕਦੇ ਜਦੋਂ ਤੱਕ ਤੁਹਾਨੂੰ ਐਪਲੀਕੇਸ਼ਨ ਦੇ ਉੱਤੇ ਕੋਈ ਰਿਸਪੌਂਸ ਨਾ ਮਿਲ ਜਾਏ। ਹਾਂ, ਮੈਨੂੰ ਬਹੁਤ ਸਾਰੀਆਂ ਕਾਲਸ ਇਸ ਤਰੀਕੇ ਦੀਆਂ, ਬਿਕੋਜ਼ ਜਿਹੜੀ ਚੀਜ਼ ਦੀ ਮਾਰਕੀਟਿੰਗ ਜ਼ਿਆਦਾ ਹੋਈ ਹੋਵੇ ਉਹਨੂੰ ਤੁਹਾਨੂੰ ਇੱਕਦਮ ਉਹਦੇ ਅਗੇਂਸਟ ਜਾ ਕੇ ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਹਮੇਸ਼ਾ ਮੁਸ਼ਕਿਲ ਲੱਗਦਾ ਹੁੰਦਾ। ਬਿਕੋਜ਼ ਓਵਰ ਦਾ ਈਅਰਸ ਅਸੀਂ ਇਹ ਚੀਜ਼ ਸਿੱਖੀ ਹੈ ਕਿ ਸ਼ਾਇਦ ਆਹ ਚੀਜ਼ 'ਚ ਆਹ ਨਹੀਂ ਕਰ ਸਕਦੇ, ਇਸ ਤਰੀਕੇ ਵਾਲੇ ਆਹ ਨਹੀਂ ਕਰ ਸਕਦੇ। ਸੋ ਲਗਾਤਾਰ ਪ੍ਰਚਾਰ ਹੁੰਦਾ ਰਿਹਾ ਇਹਨਾਂ ਚੀਜ਼ਾਂ ਦਾ। ਔਰ ਅਸਲ ਦੇ ਵਿੱਚ ਬੇਸਿਕ ਸਟੋਰੀ ਕੀ ਆ ਕਿ ਜਿੰਨੇ ਵੀ ਇਮੀਗ੍ਰੇਸ਼ਨ ਦੇ ਮਾਸਟਰ ਨੇ ਉਹ ਸਾਰੇ ਅਮਰੀਕਾ 'ਚ ਬੈਠੇ ਆ। ਔਰ ਜਦੋਂ ਵੀ ਤੁਸੀਂ ਇੰਡੀਆ ਤੋਂ ਵੀਜ਼ਾ ਅਪਲਾਈ ਕਰਨਾ ਉਹਦੇ ਵਿੱਚ ਉਹਨਾਂ ਦਾ ਕੋਈ ਖਾਸ ਯੋਗਦਾਨ ਨਹੀਂ ਹੁੰਦਾ। ਬਿਕੋਜ਼ ਜਦੋਂ ਤੁਸੀਂ ਨਾਨ ਇਮੀਗ੍ਰੈਂਟ ਵੀਜ਼ਾਸ ਅਪਲਾਈ ਕਰਦੇ ਨੇ ਉਹ 'ਚ ਤੁਸੀਂ ਆਪਣੇ ਮੁਲਕ ਦੀਆਂ ਸੋਸ਼ਲ ਟਾਈਜ਼, ਇਕਨੋਮਿਕ ਟਾਈਜ਼ ਤੁਸੀਂ ਬਖੂਬੀ ਦਿਖਾਉਣੀਆਂ ਹੁੰਦੀਆਂ। ਸੋ ਉਹਦੇ ਵਿੱਚ ਓਬਵੀਅਸਲੀ ਬਾਹਰੋਂ ਇੰਨਾ ਗਿਆਨ ਨਹੀਂ ਹੁੰਦਾ। ਜਾਂ ਤੁਸੀਂ ਇਹਨੂੰ ਦੂਜੇ ਤਰੀਕੇ ਨਾਲ ਸਮਝੋ ਕਿ ਜੇ ਤੁਹਾਨੂੰ ਬੇਲ ਕਰਾਉਣੀ ਹੈ ਬਠਿੰਡਿਓਂ ਤੇ ਤੁਹਾਨੂੰ ਬਠਿੰਡੇ ਦਾ ਹੀ ਵਕੀਲ ਚਾਹੀਦਾ ਹੈ, ਅਮਰੀਕਾ ਵਾਲਾ ਨਹੀਂ। ਸੋ ਇਹ ਫਰਕ ਜ਼ਰੂਰ ਰਹੇਗਾ। ਸੋ ਓਬਵੀਅਸਲੀ ਅਸੀਂ ਪ੍ਰਤੱਖ ਬਹੁਤ ਸਾਰੀਆਂ ਐਪਲੀਕੇਸ਼ਨਸ ਦੇ ਵੀਜ਼ਾਸ ਲਏ ਆ। ਹਾਲੇ ਲਾਸਟ ਵੀਕ ਵੀ ਮੇਰੇ ਕੋਲ 2 ਐਪਲੀਕੈਂਟ ਆਏ ਜਿਨ੍ਹਾਂ ਦਾ ਇਹ ਇਤਫਾਕ ਇਸੇ ਨਾਲ ਹੀ ਰੱਖਦੇ ਸੀ ਕਿ ਨਹੀਂ ਜੀ ਇੱਦਾਂ ਪੋਸੀਬਲ ਨਹੀਂ ਹੈਗਾ। 2 ਸਗੀਆਂ ਭੈਣਾਂ ਸੀ, ਪਟੀਸ਼ਨ ਪਾਈ ਹੋਈ ਮਦਰ ਦੇ ਨਾਲ ਔਰ ਪੂਰੀ ਫੈਮਿਲੀ ਦੇ ਨਾਲ। ਔਰ ਫਾਈਨਲੀ ਦੋਨਾਂ ਨੇ ਨਾਨ ਇਮੀਗ੍ਰੈਂਟ ਵੀਜ਼ਾ ਅਪਲਾਈ ਕੀਤਾ। ਔਰ ਦੇ ਸੈਡ ਕਿ ਸਾਨੂੰ ਲੱਗਦਾ ਸੀ ਕਿ ਇਸ ਤਰੀਕੇ ਨਾਲ ਵੀਜ਼ਾ ਨਹੀਂ ਮਿਲਦਾ, ਦੇਖੋ ਮੈਨੂੰ ਨਹੀਂ ਮਿਲਿਆ। ਆਈ ਸੈਡ ਕਿ ਨਹੀਂ, ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਦੈਨ ਸ਼ੀ ਸੈਡ ਕਿ ਮੇਰੀ ਭੈਣ ਨੂੰ ਦੇਤਾ ਉਹਨਾਂ ਨੇ। ਸੋ ਓਬਵੀਅਸਲੀ ਅਗਰ 2 ਸਿਸਟਰਸ ਨੇ ਅਪਲਾਈ ਕੀਤਾ, ਇੱਕ ਨੂੰ ਅਪਰੂਵਲ ਹੋਇਆ, ਇੱਕ ਦਾ ਡਿਨਾਈ ਹੋਇਆ, ਸ਼ੀ ਕੈਨ ਅਗੇਨ ਅਪਲਾਈ। ਸੋ ਇਹ ਤੈਨੂੰ ਮਿਥ ਤੋੜਨਾ ਪਊਗਾ ਕਿ ਨਾਨ ਇਮੀਗ੍ਰੈਂਟ ਵੀਜ਼ਾਸ ਤੁਸੀਂ ਅਪਲਾਈ ਨਹੀਂ ਕਰ ਸਕਦੇ, ਬਿਕੋਜ਼ ਇਹਦੇ ਨਾਲ ਬਹੁਤ ਸਾਰੇ ਲੌਜਿਕਸ ਨੇ। ਤੁਸੀਂ ਉਹਦੇ ਉਸ ਮੁਲਕ ਦੇ ਕ੍ਰੈਡੀਬਲ ਕਲਾਇੰਟ ਬਣ ਕੇ ਜਾ ਰਹੇ ਹੋ, ਇਮੀਗ੍ਰੈਂਟ ਕੇਸ ਦੇ ਵਿੱਚ ਤੁਸੀਂ ਲਾਇਬਿਲਿਟੀ ਬਣ ਕੇ ਜਾ ਰਹੇ ਹੋ। ਸੋ ਇਸ ਤੁਹਾਨੂੰ ਇਹਦਾ ਅੰਤਰ ਸਮਝਣਾ ਚਾਹੀਦਾ ਆ। ਸੋ ਦੋਨਾਂ ਦੇ ਵਿੱਚ ਜਿਹੜੀ ਡਾਕੂਮੈਂਟੇਸ਼ਨ ਦੀ ਲਿਸਟ ਆ ਉਹ ਟੋਟਲੀ ਅਲੱਗ ਹੈ। ਸੋ ਜੋ ਚੀਜ਼ਾਂ ਤੁਸੀਂ ਇਮੀਗ੍ਰੇਸ਼ਨ ਕੇਸ ਦੇ ਵਿੱਚ ਲਾਈਕ ਜੋ ਚੀਜ਼ਾਂ ਪ੍ਰੂਵ ਕਰਦੇ ਹੋ ਉਹ 'ਚੋਂ ਇੱਕ ਵੀ ਚੀਜ਼ ਤੁਹਾਡੀ ਨਾਨ ਇਮੀਗ੍ਰੈਂਟ ਵੀਜ਼ਾ ਦੇ ਵਿੱਚ ਨਹੀਂ ਲੱਗਦੀ। ਓਕੇ। ਔਰ ਜੋ ਤੁਸੀਂ ਨਾਨ ਇਮੀਗ੍ਰੈਂਟ ਵੀਜ਼ਾ ਦੇ ਵਿੱਚ ਚੀਜ਼ਾਂ ਅਪਲਾਈ ਕਰਨ ਸਮੇਂ ਜਿਹੜੀਆਂ ਇਕੱਠੀਆਂ ਕਰਦੇ ਹੋ ਉਹਦੇ ਵਿੱਚੋਂ ਇੱਕ ਵੀ ਚੀਜ਼ ਤੁਹਾਡੀ ਇਮੀਗ੍ਰੈਂਟ ਕੇਸ ਦੇ ਵਿੱਚ ਨਹੀਂ ਲੱਗਦੀ। ਬਹੁਤ ਡਿਫਰੈਂਟ ਕੇਸਿਸ। ਬਿਲਕੁਲ, ਬਿਕੋਜ਼ ਇਮੀਗ੍ਰੈਂਟ ਤੁਹਾਨੂੰ ਜਿਹੜਾ ਕੇਸ ਅਪਰੂਵ ਹੋ ਰਿਹਾ, ਜਿਹੜਾ ਤੁਹਾਡੀ ਐਪਲੀਕੇਸ਼ਨ ਆ ਜਿਹੜੀ NVC ਦੇ ਵਿੱਚ ਚੱਲ ਰਹੀ, ਉਹ ਸਿਰਫ ਇੱਕ ਵਜ੍ਹਾ ਨਾਲ ਚੱਲ ਰਹੀ ਹੈ ਕਿ ਤੁਹਾਡਾ ਕੋਈ ਨਾ ਕੋਈ ਸਕਾ ਸੰਬੰਧੀ, ਤੁਹਾਡਾ ਰਿਸ਼ਤੇਦਾਰ, ਤੁਹਾਡਾ ਪਰਿਵਾਰ ਆਲਰੇਡੀ ਕੈਨੇਡਾ ਦੇ ਵਿੱਚ ਹੈਗਾ, ਆਲਰੇਡੀ ਅਮਰੀਕਾ ਦੇ ਵਿੱਚ ਹੈਗਾ, ਬਲੱਡ ਰਿਲੇਸ਼ਨ। ਯੈਸ। ਸੋ ਉਹਦੀ ਉਸ ਕੈਟਾਗਰੀ ਦੇ ਵਿੱਚ ਜਿੰਨੀਆਂ ਵੀ ਐਪਲੀਕੇਸ਼ਨਸ ਪੈਂਦੀਆਂ ਨੇ ਉਹ ਸਾਰੀਆਂ ਪੈਂਦੀਆਂ ਵੀ ਬਾਹਰੋਂ ਹੀ ਆ। ਉਹ ਅਸੀਂ ਇੱਥੋਂ ਨਹੀਂ ਪਾ ਸਕਦੇ, ਬਿਕੋਜ਼ ਜਦੋਂ ਤੁਸੀਂ ਉਹਨਾਂ ਦੀ ਫੀਸ ਵੀ ਪੇ ਕਰਦੇ ਹੁੰਦੇ ਹੋ ਉਹਦੇ 'ਚ ਸਪੈਸ਼ਲੀ ਲਿਖਿਆ ਹੁੰਦਾ ਕਿ ਇਹਨੂੰ ਅਮਰੀਕਨ ਕ੍ਰੈਡਿਟ ਕਾਰਡ ਹੀ ਪੇ ਕਰ ਸਕਦਾ ਆ। ਸੋ ਜਦੋਂ NVC ਤੋਂ ਕੇਸ ਅਪਰੂਵ ਹੁੰਦੇ ਨੇ ਇਮੀਗ੍ਰੈਂਟ ਕੇਸ, ਉਦੋਂ ਸਾਡੇ ਕੋਲ ਆਉਂਦੇ ਆ। ਓਕੇ। ਔਰ ਇੱਕ ਉਹ ਸੰਜੀਵ ਜੀ ਬੜੀ ਇਤਫਾਕਨ ਗੱਲ ਕੁਛ ਕਈ ਲੋਕਾਂ ਦੀ ਹੈਲਪ ਵੀ ਹੋਈ, ਬਿਕੋਜ਼ ਕਈਆਂ ਦੇ ਕੇਸ ਅਪਰੂਵ ਹੋਏ ਐਪਲੀਕੇਸ਼ਨ ਆ ਰਹੀ ਕਿ ਆਪਣੀਆਂ ਅਪੁਆਇੰਟਮੈਂਟਸ ਸ਼ਡਿਊਲ ਕਰਕੇ ਇੰਟਰਵਿਊ ਲਈ ਆਓ। ਔਰ ਬਹੁਤ ਸਾਰੇ ਕਲਾਇੰਟਸ ਵੇਟ ਕਰਦੇ ਨੇ ਕਿ ਸਾਨੂੰ ਜਿੱਦਾਂ NVC ਹਾਲੇ ਤੱਕ ਐਡਵਾਈਜ਼ ਕਰਦਾ ਰਿਹਾ ਇਕੱਲੇ ਸਟੈਪ ਦੇ ਉੱਪਰ ਆਹ ਕਰੋ, ਸਾਡਾ ਤਕਰੀਬਨ ਸਮਾਨ ਉਸੇ ਤਰੀਕੇ ਨਾਲ ਅਪਡੇਟ ਹੁੰਦਾ ਰਿਹਾ, ਐਪਲੀਕੇਸ਼ਨ ਅਪਡੇਟ ਹੁੰਦੀ ਰਹੀ, ਡਾਕੂਮੈਂਟਸ ਅਪਡੇਟ ਹੁੰਦੇ ਰਹੇ। ਬਹੁਤ ਸਾਰੇ ਕਲਾਇੰਟਸ ਇਹੀ ਵੇਟ ਕਰਦੇ ਰਹਿੰਦੇ ਆ ਕਿ ਈਮੇਲ ਆ ਗਈ ਹੈ, ਸ਼ਾਇਦ ਅਪੁਆਇੰਟਮੈਂਟ ਵੀ ਇਹਦੇ ਵਿੱਚ ਹੀ ਇੱਦਾਂ ਹੀ ਨੈਕਸਟ ਟਾਈਮ ਆ ਜਾਏਗੀ। ਸੋ ਅਪੁਆਇੰਟਮੈਂਟਸ ਤੁਹਾਨੂੰ ਖੁਦ ਨੂੰ ਬੁੱਕ ਕਰਕੇ ਅੰਬੈਸੀ ਜਾਣਾ ਆ। ਸੋ ਤੁਸੀਂ ਖੁਦ ਅੰਬੈਸੀ ਜਾਣਾ ਆ, ਖੁਦ ਇੰਟਰਵਿਊ ਦੀ ਆਪਣੀ ਜੋ ਵੀ ਤੁਹਾਡੀ ਉੱਥੇ ਤਿਆਰੀ ਹੋਣੀ ਹੈ ਸੋ ਉਹ ਕਰਕੇ ਜਾਣਾ ਆ। ਸੋ ਇਹਦੇ ਲਈ ਤੁਸੀਂ ਸਾਡੀ ਮਦਦ ਲੈ ਸਕਦੇ ਹੋ। ਸੋ ਓਬਵੀਅਸਲੀ ਸਾਡੇ ਕੋਲ NVC ਤੋਂ ਜਦੋਂ ਅਪਰੂਵਲ ਹੁੰਦਾ ਉਸ ਤੋਂ ਬਾਅਦ ਐਪਲੀਕੇਸ਼ਨਸ ਆਉਂਦੀਆਂ ਔਰ ਬਹੁਤ ਸਾਰੇ ਇਮੀਗ੍ਰੈਂਟ ਕੇਸਿਸ ਦੇ ਵਿੱਚ ਵੀ ਅਸੀਂ ਹੈਲਪ ਕਰਦੇ ਹਾਂ। ਹਾਲਾਂਕਿ ਅਸੀਂ ਉਹਨਾਂ ਕੇਸਿਸ ਵਿੱਚ ਹੈਲਪ ਨਹੀਂ ਕਰ ਸਕਦੇ ਜਦੋਂ ਇਹ ਕੇਸਿਸ ਫਾਈਲ ਹੋਣੇ ਆ। ਜਿੱਦਾਂ ਮੈਂ ਦੱਸਿਆ ਸੀ ਕਿ ਇਹਨਾਂ ਦੀ ਫਾਈਲਿੰਗ ਜਿਹੜੀ ਆ ਉਹ ਬਾਹਰੋਂ ਹੀ ਹੁੰਦੀ ਹੈ। ਯੈਸ, ਬਹੁਤ ਸਾਰੇ ਅਟਾਰਨੀ, ਬਹੁਤ ਸਾਰੇ ਜਿਹੜੇ ਕਾਨੂੰਨ ਦੇ ਜਾਣਕਾਰ ਨੇ, ਬਹੁਤ ਸਾਰੇ ਇਮੀਗ੍ਰੇਸ਼ਨ ਮਾਸਟਰ ਜਿਹੜੇ ਅਮਰੀਕਾ 'ਚ ਬੈਠੇ ਆ, ਇੱਥੇ ਸਿਰਫ ਤੇ ਸਿਰਫ ਉਹੀ ਤੁਹਾਡੇ ਕੰਮ ਆਉਣਗੇ।
ਓਕੇ, ਔਰ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਸ ਤਰ੍ਹਾਂ ਕਮੈਂਟਸ ਭੇਜਦੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਰੈਲੇਵੈਂਟ ਆਨਸਰ ਵੀ ਮਿਲਦਾ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਕਮੈਂਟਸ ਭੇਜਦੇ ਰਹੋ ਹਰ ਇੱਕ ਵੀਡੀਓ ਦੇ ਨਾਲ, ਤਾਂ ਕਿ ਜੋ ਵੀ ਤੁਹਾਡੀਆਂ ਕੁਐਰੀਜ਼ ਨੇ ਉਹਨਾਂ ਨੂੰ ਪਰਫੈਕਟ ਆਨਸਰ ਮਿਲਦਾ ਰਹੇ। ਜੀ ਅਰਵਿੰਦਰ ਜੀ, ਹੁਣ ਇੱਕ ਸਵਾਲ ਇਹ ਬਣਦਾ ਹੈ ਕਿ ਇੱਕ ਪਾਸੇ ਤਾਂ ਪੱਕਾ ਵੀਜ਼ਾ ਤੁਸੀਂ ਅਪਲਾਈ ਕੀਤਾ ਹੋਇਆ, ਉਹ ਕੇਸ ਆਪਣੇ ਤੌਰ ਤੇ ਚੱਲ ਰਿਹਾ, ਆਪਣਾ ਟਾਈਮ ਲਵੇਗਾ, ਨਾਲ ਦੀ ਨਾਲ ਤੁਹਾਨੂੰ ਫੇਰਾ ਪਾਉਣ ਦਾ ਮੌਕਾ ਮਿਲਿਆ ਜਾਂ ਕੋਈ ਫੰਕਸ਼ਨ ਅਟੈਂਡ ਕਰਨ ਜਾਣਾ ਹੈ ਜਾਂ ਟੂਰਿਸਟ ਬਣ ਕੇ ਜਾਣਾ ਹੈ ਜਾਂ ਸਟੂਡੈਂਟ ਬਣ ਕੇ ਜਾਣਾ ਹੈ, ਮਤਲਬ ਤੁਸੀਂ ਫੇਰਾ ਪਾਉਣ ਜਾਣਾ, ਤੇ ਉਹਦੇ ਵਾਸਤੇ ਕੀ ਪ੍ਰੋਸੈਸ ਹੈ, ਕੀ ਡਾਕੂਮੈਂਟਸ ਚਾਹੀਦੇ ਨੇ, ਕਿਸ ਤਰ੍ਹਾਂ ਸਾਰੀ ਕਾਰਗੁਜ਼ਾਰੀ ਹੋਏਗੀ? ਬੇਸਿਕਲੀ ਇਹਦੇ ਚ ਬਾਕੀ ਕੋਈ ਜ਼ਿਆਦਾ ਲੰਬਾ ਛੋੜਾ ਪ੍ਰੋਟੋਕਾਲ ਨਹੀਂ ਆ। ਸੋ ਜਦੋਂ ਤੁਹਾਡਾ ਇਮੀਗ੍ਰੇਸ਼ਨ ਕੇਸ ਫਾਈਲ ਕੀਤਾ ਹੋਇਆ, ਤੁਸੀਂ ਉਹਦੀ ਜਾਣਕਾਰੀ ਅੰਬੈਸੀ ਨੂੰ ਖੁਦ ਦੇਣੀ ਹੈ। ਓਕੇ, ਸੋ ਆਪਣਾ ਕੇਸ ਨੰਬਰ ਜ਼ਰੂਰ ਦੱਸਣਾ ਹੈ, ਬਿਕੋਜ਼ ਜਦੋਂ ਤੁਸੀਂ ਐਪਲੀਕੇਸ਼ਨ ਫਿਲ ਅਪ ਕਰਦੇ ਹੋ ਉਹਦੇ ਵਿੱਚ ਜਾਣਕਾਰੀ ਕੋਈ ਚੀਜ਼ ਤੱਥ ਲੁਕਾਉਣਾ ਨਹੀਂ ਆ। ਅਗਰ ਪਟੀਸ਼ਨ ਪਈ ਹੈ, ਪਟੀਸ਼ਨ ਨੂੰ ਯੈਸ ਮੇਰਾ ਕੋਈ ਉੱਥੇ ਰਿਸ਼ਤੇਦਾਰ ਹੈਗਾ, ਬਿਕੋਜ਼ ਜਨਰਲੀ ਜਦੋਂ ਤੁਹਾਡੀ ਇੰਟਰਵਿਊ ਹੁੰਦੀ ਹੈ ਅੰਬੈਸੀ ਦੇ ਵਿੱਚ, ਨਾਨ ਇਮੀਗ੍ਰੈਂਟ ਵੀਜ਼ਾਸ ਦੇ ਵਿੱਚ ਵੀ ਤੁਹਾਨੂੰ ਅਮੂਮਨ ਹਰ ਦੂਜਾ ਤੀਜੇ ਨੰਬਰ ਦੇ ਉੱਪਰ ਸਵਾਲ ਇੱਕ ਪੁੱਛਿਆ ਜਾਂਦਾ ਕਿ ਡੂ ਯੂ ਹੈਵ ਐਨੀਬਡੀ ਲਿਵਿੰਗ ਇਨ US, ਤੁਹਾਡਾ ਕੋਈ ਉੱਥੇ ਸਗਾ ਸੰਬੰਧੀ, ਕੋਈ ਰਿਸ਼ਤੇਦਾਰ, ਕੋਈ ਨਾ ਕੋਈ ਅਮਰੀਕਾ ਰਹਿੰਦਾ ਆ, ਔਰ ਉਹਦਾ ਅਗਰ ਤੁਹਾਡਾ ਕੋਈ ਰਹਿੰਦਾ ਆ ਉਹਦਾ ਜਵਾਬ ਸੱਚ ਦੇਣਾ ਹੈ। ਰਾਈਟ। ਸੋ ਅਗਰ ਉੱਥੇ ਕੋਈ ਰਹਿੰਦਾ ਆ ਉਹਨੂੰ ਹਾਂ ਕਹੋ, ਔਰ ਜਿੱਦਾਂ ਹੀ ਤੁਸੀਂ ਹਾਂ ਕਹੋਗੇ ਤੁਸੀਂ ਵੇਖੋਗੇ ਤੁਹਾਡੀ ਇੰਟਰਵਿਊ ਅਲੱਗ ਟਰੈਕ ਤੇ ਹੋ ਜਾਏਗੀ। ਸੋ ਬਾਕੀ ਹਰ ਐਪਲੀਕੇਸ਼ਨ ਦੇ ਕੋਲੋਂ ਉਹਦੇ ਲਾਈਕ ਜਿਹੜੇ ਪੋਟੈਂਸ਼ੀਅਲ ਚੀਜ਼ਾਂ ਪੁੱਛੀਆਂ ਜਾਣੀਆਂ, ਉਹਦੀਆਂ ਸੋਸ਼ਲ ਤੇ ਇਕਨੋਮਿਕ ਟਾਈਜ਼ ਬਾਰੇ ਸਵਾਲ ਨੇ, ਉਹਦੇ ਕੰਮਕਾਰ ਬਾਰੇ ਸਵਾਲ ਹੋਣਗੇ, ਜਾਂ ਜਿਹੜੇ ਉਹਦੇ ਪੈਸੇ ਧੇਲੇ ਦੇ ਬਾਰੇ ਸਵਾਲ ਹੋਣਗੇ, ਰੁਜ਼ਗਾਰ ਬਾਰੇ ਸਵਾਲ ਹੋਣਗੇ। ਇਸ ਕੇਸ ਦੇ ਵਿੱਚ ਕੀ ਹੈ ਕਿ ਇੱਕਦਮ ਟਰਨ ਦੂਸਰੇ ਪਾਸੇ ਨੂੰ ਲੈ ਜਾਂਦਾ। ਜਿੱਦਾਂ ਹੀ ਤੁਸੀਂ ਕਹਿੰਦੇ ਹੋ ਕਿ ਮੇਰਾ ਉੱਤੇ ਕੋਈ ਨਾ ਕੋਈ ਹੈਗਾ, ਕੋਈ ਕਿੱਥੇ ਜਾ ਰਹੇ ਹੋ, ਸਿਟੀ ਦਾ ਨਾਮ ਲੈਂਦੇ ਹੋ, ਉੱਥੇ ਕੌਣ ਹੈ, ਕੋਈ ਉੱਥੇ ਰਹਿੰਦਾ, ਜਿੱਦਾਂ ਤੁਸੀਂ ਕਿਸੇ ਪਰਸਨ ਦਾ ਨਾਮ ਲਿਆ, ਕਿਸੇ ਵਿਅਕਤੀ ਦਾ ਨਾਮ ਲਿਆ, ਨਾਲ ਹੀ ਸ਼ੁਰੂਆਤ ਹੋ ਜਾਏਗੀ, ਅੱਛਾ ਇਹ ਕਦੋਂ ਗਏ ਸੀ, ਕਿਵੇਂ ਜਾਣਦੇ ਤੁਹਾਨੂੰ, ਸੋ ਇਹਨਾਂ ਦੀ ਫੈਮਿਲੀ 'ਚ ਕੌਣ ਹੈ। ਸੋ ਉੱਥੇ ਸਭ ਤੋਂ ਜ਼ਰੂਰੀ ਕੀ ਵੇਖਿਆ ਜਾਂਦਾ, ਜਿਹੜਾ ਕਾਰਨ ਹੈ ਕਿ ਉਹ ਰਿਲੇਸ਼ਨਸ਼ਿਪ, ਉਹ ਬੌਂਡਿੰਗ ਹੈਗੀ ਆ ਦੋਵਾਂ ਪਰਿਵਾਰਾਂ 'ਚ ਕਿ ਨਹੀਂ। ਸੋ ਤੁਹਾਡੀ ਬਿਕੋਜ਼ ਫੈਮਿਲੀ, ਵਟ ਵੀ ਕਾਲ ਫੈਮਿਲੀ ਇਜ਼, ਅਸੀਂ ਫੈਮਿਲੀ ਦੇ ਵਿੱਚ ਚਾਚੇ ਦਾਦੇ ਸਭ ਗਿਣਦੇ ਹਾਂ। ਸੋ ਅਗਰ ਤੁਸੀਂ ਉਹਨਾਂ ਦੇ ਸਮਾਜ ਦੇ ਮੁਤਾਬਿਕ ਫੈਮਿਲੀ ਗਿਣਦੇ ਹੋ, ਫੈਮਿਲੀ ਇਜ਼ ਮੀਆਂ ਬੀਵੀ ਐਂਡ ਬੱਚੇ ਓਨਲੀ। ਓਕੇ। ਸੋ ਜਿਹੜੇ ਵੀ ਤੁਹਾਡੇ ਕਜ਼ਨਸ ਵੱਲੋਂ ਜਾਂ ਜਿਹਦੇ ਬਾਰੇ ਵੀ ਤੁਹਾਡੇ ਕੋਲ ਪਟੀਸ਼ਨ ਦੇ ਵਿੱਚ ਉਸ ਬਾਹਰਲੇ ਪਰਿਵਾਰ ਦਾ ਜ਼ਿਕਰ ਹੈ, ਤੁਹਾਨੂੰ ਬੌਂਡਿੰਗ ਜ਼ਰੂਰ ਦਿਖਾਉਣੀ ਹੈ ਉੱਥੇ ਕਿ ਤੁਹਾਨੂੰ ਉਹਨਾਂ ਦੀ ਹਰ ਇੱਕ ਚੀਜ਼ ਪਤਾ ਹੈ। ਸੋ ਉਹ ਕਦੋਂ ਗਏ ਸੀ, ਕਿੱਦਾਂ ਗਏ ਸੀ, ਉਹਨਾਂ ਦੀ ਫੈਮਿਲੀ 'ਚ ਕੌਣ ਆ, ਕੰਮਕਾਰ ਕੀ ਹੈ। ਜਨਰਲੀ ਅਸੀਂ ਇਹਨਾਂ ਚੀਜ਼ਾਂ ਤੋਂ ਇਗਨੋਰ ਕਰਦੇ ਹਾਂ। ਅਸੀਂ ਕਹਿੰਦੇ ਕਿ ਯਾਰ ਠੀਕ ਹੈ, ਕਾਰੋਬਾਰ ਹੈਗਾ ਉਹਨਾਂ ਦਾ, ਔਰ ਕਈ ਵਾਰੀ ਬਾਹਰਲਿਆਂ ਬਾਰੇ ਸਾਨੂੰ ਬਹੁਤ ਜ਼ਿਆਦਾ ਕੁਝ ਪਤਾ ਵੀ ਨਹੀਂ ਹੁੰਦਾ। ਔਰ ਇਹੋ ਜਿਹੇ ਕੇਸਿਸ ਦੇ ਵਿੱਚ ਚਾਹੇ ਤੁਹਾਡੀ ਪਟੀਸ਼ਨਸ ਨਹੀਂ ਵੀ ਪਈਆਂ, ਤੁਹਾਡਾ ਕੋਈ ਫੈਮਿਲੀ ਸਰਕਲ ਦੇ ਵਿੱਚੋਂ, ਤੁਹਾਡੇ ਫਰੈਂਡ ਸਰਕਲ ਦੇ ਵਿੱਚੋਂ, ਦੂਰੋਂ ਨੇੜਿਓਂ ਕਈ ਵਾਰੀ ਅਸੀਂ ਸਪਾਂਸਰ ਮੰਗਵਾ ਕੇ ਐਮਬੈਸੀ ਪਹੁੰਚ ਜਾਂਦੇ ਹਾਂ ਜੀ, ਔਰ ਜਿੱਥੇ ਤੁਸੀਂ ਇਹ ਜਵਾਬ ਦਿੱਤਾ ਜੀ ਇਹ ਤਾਂ ਨਹੀਂ ਪਤਾ, ਸਮਝੋ ਉਹ ਦੀ ਐਂਡ ਆ ਇਸ ਇੰਟਰਵਿਊ ਦਾ। ਸੋ ਇੰਟਰਵਿਊ ਦੇ ਵਿੱਚ ਤੁਹਾਡੀ ਫੈਮਿਲੀ ਬੌਂਡਿੰਗ, ਇਹ ਸਾਰੇ ਦਾ ਸਾਰਾ ਰੂਲ ਜਿਹੜਾ ਇਹ 'ਚ ਫੈਮਿਲੀਜ਼ ਦੇ ਦੌਰ ਦੇ ਉੱਪਰ ਆ। ਰਾਈਟ। ਬਿਕੋਜ਼ ਅਸੀਂ ਕਿਸ ਚੀਜ਼ ਦੇ ਉੱਪਰ ਵੀਜ਼ਾ ਕੀ ਮੰਗ ਰਹੇ ਹਾਂ ਕਿ ਮੈਂ ਪਰਿਵਾਰ ਨੂੰ ਮਿਲਣ ਜਾਣਾ। ਹੁਣ ਵੀਜ਼ਾ ਆਫਿਸਰ ਇੱਥੇ ਪੁੱਠੇ ਪਾਸਿਓਂ ਚੈੱਕ ਕਰ ਰਿਹਾ, ਵੀਜ਼ਾ ਆਫਿਸਰ ਇਹ ਵੇਖ ਰਿਹਾ, ਇਹ ਐਨਾਲਾਈਜ਼ ਕਰ ਰਿਹਾ ਕਿ ਇਹਨਾਂ ਦਾ ਰਿਸ਼ਤਾ ਐਡਾ ਸਟਰੋਂਗ ਹੈਗਾ ਆ ਕਿ ਇਸ ਮਿਲਣੀ ਦੇ ਉੱਪਰ ਲੱਖਾਂ ਰੁਪਏ ਖਰਚੇ ਜਾਣ। ਸੋ ਇਹਨਾਂ ਦੇ ਰਿਸ਼ਤੇ ਦੇ ਵਿੱਚ ਇੰਨੀ ਬੌਂਡਿੰਗ, ਇੰਨੀ ਤਾਕਤ, ਇੰਨੀ ਮਿਠਾਸ, ਇੰਨੀ ਜਾਣਕਾਰੀ, ਇੰਨੀ ਆਪਣਾਪਨ, ਬਿਲਕੁਲ ਸਹੀ ਵਰਡ। ਸੋ ਤੁਹਾਨੂੰ ਇੰਨਾ ਇੱਕ ਦੂਸਰੇ ਬਾਰੇ ਪਤਾ ਆ ਕਿ ਤੁਸੀਂ ਆਪਣਾ ਕਾਰੋਬਾਰ ਛੱਡ ਕੇ, ਘਰ-ਬਾਰ ਛੱਡ ਕੇ, 7 ਸਮੁੰਦਰ ਪਾਰ ਲੱਖਾਂ ਰੁਪਏ ਖਰਚ ਕੇ ਉਸ ਪਰਿਵਾਰ ਨੂੰ ਮਿਲਣ ਜਾ ਰਹੇ ਹੋ। ਕਲੈਵਰ। ਸੋ ਅਲਟੀਮੇਟਲੀ ਅਸੀਂ ਪ੍ਰੂਵ ਕੀ ਕਰਨਾ, ਜਿੱਦਣ ਇਹ ਸਮਝ ਲੱਗ ਜਾਊਗਾ ਵੀਜ਼ਾ ਦਾ ਕੱਦ ਛੋਟਾ ਰਹਿ ਜਾਏਗਾ। ਸੋ ਸਾਡੇ ਹਮੇਸ਼ਾ ਵੀਜ਼ਾਸ ਦਾ ਕੱਦ ਤਾਂ ਵੱਡਾ ਆ ਬਿਕੋਜ਼ ਇਗਨੋਰੈਂਸ ਸਾਡੇ ਪਾਰਟ ਤੇ ਆ, ਸਹੀ ਜਾਣਕਾਰੀਆਂ ਦਾ ਨਹੀਂ ਹੋਣਾ ਸਾਡੇ ਪਾਰਟ ਤੇ ਆ। ਸੋ ਸਾਨੂੰ ਲੱਗਦਾ ਕਿ ਵੈਨ ਵੀ ਕਾਲ ਇੰਟਰਵਿਊ ਟ੍ਰੇਨਿੰਗ ਐਂਡ ਪੀਪਲ ਟ੍ਰੇਨਿੰਗ, ਇੱਥੇ ਕੋਈ ਬੰਦੂਕਾਂ ਥੋੜੀ ਚਲਾਉਣੀਆਂ, ਟ੍ਰੇਨਿੰਗ ਕਾਹਦੀ, 2-4 ਗੱਲਾਂ ਬਾਤਾਂ ਕਰਨੀਆਂ। ਰਾਈਟ। ਠੀਕ। ਬਟ ਯੂ ਨੀਡ ਟੂ ਬੀ ਲੌਜੀਕਲੀ ਟ੍ਰੇਨਡ, ਤਾਂ ਕਿ ਤੁਸੀਂ ਜੋ ਸਵਾਲ ਤੁਹਾਡੇ ਕੋਲ ਪੁੱਛੇ ਜਾਂਦੇ ਆ ਉਹਨਾਂ ਨੂੰ ਆਨਸਰ ਕਰਦੇ ਹੋ, ਤੁਹਾਡਾ 2 ਮਿੰਟ ਦੇ ਵਿੱਚ ਵੀਜ਼ਾ ਆ ਜਾਂਦਾ ਹੈ। ਸੋ ਕਈ ਵਾਰੀ ਤੁਹਾਨੂੰ ਚੀਜ਼ਾਂ ਨੂੰ ਨਹੀਂ ਪਤਾ ਹੁੰਦਾ, ਇਹ ਸਿਰਫ ਇਹਨੇ ਸਮਝਣ ਨੂੰ, ਇਸੇ ਚੀਜ਼ ਨੂੰ ਕੈਰੀ ਔਨ ਕਰਦਿਆਂ ਜਾਣਕਾਰੀਆਂ ਜਟਾਉਣ ਦੇ ਚੱਕਰ ਦੇ ਵਿੱਚ ਇੰਟਰਵਿਊਜ਼ ਬਹੁਤ ਲੰਬੀਆਂ ਹੁੰਦੀਆਂ। ਨੌਨ ਕਲੈਰਿਟੀ ਦੇ ਚੱਕਰ ਵਿੱਚ ਕਈ ਵਾਰੀ 2 ਮਿੰਟ 'ਚ ਰਿਫਿਊਜ਼ਲ ਵੀ ਮਿਲਦੇ ਆ। ਰਾਈਟ। ਸੋ ਅਲਟੀਮੇਟਲੀ ਇਹ ਤੁਸੀਂ ਤੈਅ ਕਰਨਾ ਕਿ ਤੁਸੀਂ ਕਿਸ ਪੌੜੇ ਤੇ ਖੜੇ ਹੋ, ਕਿਸ ਪੌੜੀ ਤੇ ਚੜ੍ਹਨ ਵਾਲੇ ਹੋ।
ਸੋ ਜਿੰਨੀਆਂ ਜਾਣਕਾਰੀਆਂ ਤੁਹਾਡੇ ਕੋਲ ਨੇ ਉਨੇ ਹੀ ਵੀਜ਼ੇ ਸੌਖੇ ਹੋਣਗੇ। ਮਤਲਬ ਇਹ ਹੈ ਕਿ ਇੱਕ ਸਾਈਕੋਲੋਜੀਕਲ ਉਹਨਾਂ ਨੇ ਟ੍ਰੀਟਮੈਂਟ ਦੇਣਾ ਤੁਹਾਨੂੰ, ਸਾਈਕੋਲੋਜੀਕਲ ਤੁਹਾਡੀ ਇੰਟਰਵਿਊ ਹੈ ਉਹ, ਤੇ ਉਹ ਬਿਲਕੁਲ ਤੁਹਾਡਾ ਮਨੋਵਿਗਿਆਨ ਸਮਝਦੇ ਆ ਕਿ ਤੁਸੀਂ ਕਿੱਥੇ ਝੂਠੇ ਹੋ ਕਿੱਥੇ ਸੱਚੇ ਹੋ। ਬਿਲਕੁਲ, ਇਹ ਸਾਰੀ ਸਟੋਰੀ ਜਿਹਨੂੰ ਅਸੀਂ US ਇੰਟਰਵਿਊ ਦੀ ਗੱਲ ਕਰਦੇ ਹਾਂ, ਇਹ ਸਾਰੀ ਸਟੋਰੀ ਹੀ, ਇਹ ਪੂਰੀ ਦੀ ਪੂਰੀ ਪ੍ਰਕਿਰਿਆ ਹੀ ਇੱਕ ਸੋਸ਼ਲ ਐਕਸਪੈਰੀਮੈਂਟ ਆ। ਇਹ ਐਗਜ਼ੈਕਟਲੀ ਉਸ ਤਰੀਕੇ ਦਾ ਐਕਸਪੈਰੀਮੈਂਟ ਆ ਜਿਹਦੇ ਵਿੱਚ ਤੁਸੀਂ ਜਿੱਦਾਂ ਤੁਸੀਂ ਲੋਕਾਂ ਨੂੰ ਜੱਜ ਕਰਦੇ ਹੋ, ਜਿੱਦਾਂ ਤੁਸੀਂ ਲੋਕਾਂ ਨੂੰ ਮਿਲਦੇ ਹੋ, ਜਿੱਦਾਂ ਤੁਸੀਂ ਆਪਣੇ ਪਰਿਵਾਰ ਬਣਾਉਂਦੇ ਹੋ, ਜਿੱਦਾਂ ਤੁਸੀਂ ਰਿਸ਼ਤੇਦਾਰੀਆਂ ਬਣਾਉਂਦੇ ਹੋ, ਜਿੱਦਾਂ ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰਦੇ ਹੋ। ਸੋ ਤੁਸੀਂ ਕਿਸੇ ਦੀਆਂ ਬੈਲੈਂਸ ਸ਼ੀਟਾਂ ਵੇਖ ਕੇ ਕਿਸ ਨੂੰ ਆਪਣੇ ਘਰ ਦਾ ਦਾਖਲਾ ਨਹੀਂ ਦਿੰਦੇ। ਡਨ। ਸੋ ਤੁਸੀਂ ਇੱਕ ਸੋਸ਼ਲ ਐਕਸਪੈਰੀਮੈਂਟੇਸ਼ਨ ਦੇ ਬੇਸ ਦੇ ਉੱਪਰ ਹੀ ਕੰਮ ਕਰਦੇ ਹੋ। ਔਰ ਯੈਸ, ਇਹ ਐਮਬੈਸੀ ਐਗਜ਼ੈਕਟਲੀ ਉਸੇ ਸੋਸ਼ਲ ਸਾਇੰਸ ਦੇ ਉੱਪਰ ਚੱਲਦੀ ਹੈ। ਔਰ ਅਸੀਂ ਵੀਜ਼ਾ ਨੂੰ ਪ੍ਰੋਪਰ ਇੱਕ ਸਾਇੰਟੀਫਿਕ ਪ੍ਰੋਸੈਸ ਕਹਿੰਦੇ ਹਾਂ। ਅਸੀਂ ਵੀ ਕਾਲ ਇਟ ਵੀਜ਼ਾ, ਅਸੀਂ ਕਹਿੰਦੇ ਹਾਂ ਸਾਇੰਸ ਆਫ ਵੀਜ਼ਾ। ਸਾਇੰਸ ਆਫ ਵੀਜ਼ਾ ਈਦਰ ਯੂ ਨੋ ਇਟ ਔਰ ਤੁਹਾਨੂੰ ਇਹਦਾ ਆਈਡੀਆ ਨਹੀਂ ਹੈਗਾ। ਔਰ ਟੈਕਨੀਕਲੀ ਅਗਰ ਗੱਲ ਕਰੀਏ, ਇਹ ਕੋਈ ਉਹ ਸਾਇੰਟੀਫਿਕ ਪ੍ਰੋਸੈਸ ਨਹੀਂ ਹੈਗਾ ਜਿੱਦਾਂ ਅਸੀਂ ਬੋਲਦੇ ਹਾਂ ਕਿ ਲਾਈਕ ਕੋਈ ਐਟਮਸ ਮਿਲਾ ਕੇ, ਮੋਲੀਕੂਲਸ ਮਿਲਾ ਕੇ ਕੋਈ ਅਸੀਂ ਚੀਜ਼ ਕ੍ਰੀਏਟ ਕੀਤੀ। ਸੋ ਇਹ ਉਹ ਸਾਇੰਟੀਫਿਕ ਪ੍ਰੋਸੈਸ ਨਹੀਂ ਆ। ਇਹ ਨੈਚੁਰਲ ਸਾਇੰਸ ਵਾਲਾ ਇਹ ਸਬਜੈਕਟ ਆ, ਜਿੱਦਾਂ ਕਣਕ ਬੀਜਣ ਵਾਲਾ ਸਬਜੈਕਟ ਆ ਕਿ ਤੁਹਾਨੂੰ ਪਤਾ ਹੋਵੇ ਕਿ ਸਿੱਲ ਕਦੋਂ ਆ, ਤੁਹਾਨੂੰ ਪਤਾ ਹੋਵੇ ਵਾਹੁਣਾ ਕਦੋਂ, ਤੁਹਾਨੂੰ ਇੰਨਾ ਪਤਾ ਹੋਵੇ ਬੀ ਕਦੋਂ ਪਾਉਣਾ, ਰਾਈਟ। ਬਟ ਹਰ ਇੱਕ ਚੀਜ਼ਾਂ ਤੁਹਾਡੇ ਹੱਥ ਨਹੀਂ ਹੁੰਦੀਆਂ। ਸੋ ਇਸੇ ਤਰੀਕੇ ਨਾਲ ਕੋਈ ਜ਼ਿਮੀਂਦਾਰ ਵੀ ਥਾਪੀ ਮਾਰ ਕੇ ਨਹੀਂ ਕਹਿ ਸਕਦਾ ਕਿ ਮੈਂ 30 ਕੁਇੰਟਲ ਝਾੜ ਮੰਡੀ ਲੈ ਜਾਊਂਗਾ। ਸੋ ਇਸੇ ਤਰੀਕੇ ਨਾਲ ਵੀਜ਼ਾਸ ਦੀ ਆਊਟਕਮ ਤੁਸੀਂ ਨਹੀਂ ਤੈਅ ਕਰ ਸਕਦੇ, ਬਟ ਸਟਿਲ ਤੁਹਾਨੂੰ ਸਾਇੰਟੀਫਿਕ ਪ੍ਰੋਸੀਜਰ ਪਤਾ ਆ, ਪ੍ਰੋਸੈਸ ਪਤਾ ਆ, ਇਸੇ ਕਰਕੇ ਉਹਨੂੰ ਸਾਇੰਸ ਆਫ ਵੀਜ਼ਾ ਬੋਲਦੇ ਆ। ਮਤਲਬ ਉਹ ਫੜ ਲੈਂਦੇ ਨੇ ਕਿ ਇਹਨੂੰ ਕਿਸੇ ਨੇ ਪੜ੍ਹਾ ਕੇ ਭੇਜਿਆ, ਸਿਖਾ ਕੇ ਭੇਜਿਆ, ਜਾਂ ਵਾਕਈ ਇਹ ਸੱਚ ਬੋਲਦਾ ਪਿਆ। ਸੰਦੀਪ ਜੀ, ਬਹੁਤ ਸੌਖਾ ਆ ਅਸਲ 'ਚ। ਤੁਸੀਂ ਆਮ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ 'ਚ, ਯਾਰਾਂ ਦੋਸਤਾਂ 'ਚ ਤੁਸੀਂ ਗੱਲਬਾਤ ਕਰਦੇ ਹੋ, ਤੁਸੀਂ ਗੱਲਾਂ ਬਾਤੋਂ ਅੰਦਾਜ਼ਾ ਲਾਉਂਦੇ ਯਾਰ ਨਿਰਾ ਝੂਠ ਬੋਲਿਆ ਇਹਨੇ। ਸੋ ਹਾਊ ਡੂ ਯੂ ਜੱਜ ਇਟ? ਸੋ ਬੇਸਿਕਲੀ ਕੁਦਰਤ ਵੱਲੋਂ ਸਾਨੂੰ ਗਿਫਟਡ ਆ ਚੀਜ਼ਾਂ ਕਿ ਅਸੀਂ ਬੰਦੇ ਦੇ ਹਾਵ ਭਾਵ ਵੇਖ ਕੇ ਅੰਦਾਜ਼ਾ ਲਾਉਂਦੇ ਆ। ਸੋ ਸਾਨੂੰ ਉਹਦੀਆਂ ਹਰਕਤਾਂ ਤੋਂ, ਮੂਵਮੈਂਟਸ ਤੋਂ, ਬਾਡੀ ਲੈਂਗੁਏਜ ਤੋਂ, ਸਾਨੂੰ ਉਹਦੇ ਜੈਸਚਰਸ ਤੋਂ ਸਾਨੂੰ ਸਮਝ ਲੱਗਦੀ ਆ। ਟਰੂ। ਔਰ ਇਹ ਚੀਜ਼ਾਂ ਸਾਰੀਆਂ ਇਸ ਐਮਬੈਸੀ ਦਾ ਬੇਸਿਕ ਹਿੱਸਾ ਆ। ਬੇਸਿਕ ਵੀਜ਼ਾ ਆਫੀਸਰਸ ਦੇ ਆਰ ਟ੍ਰੇਨਡ ਪ੍ਰੋਫੈਸ਼ਨਲਸ। ਵੀਜ਼ਾ ਆਫੀਸਰ ਬੇਸਿਕਲੀ ਇੱਕ EMPLOYEE ਆ ਜਿਹਨੂੰ ਤਨਖਾਹ ਮਿਲਦੀ ਆ ਔਰ ਉਹਦੇ ਕਾਇਦੇ ਕਾਨੂੰਨ ਨੇ। ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਉਹਦੇ ਕਾਇਦੇ ਕਾਨੂੰਨ ਨਹੀਂ ਪਤਾ, ਸਾਨੂੰ ਉਹਦੇ ਤਰੀਕੇ ਨਹੀਂ ਪਤਾ, ਬਟ ਉਹ ਪ੍ਰੋਫੈਸ਼ਨਲੀ ਟ੍ਰੇਨਡ ਨੇ ਇਸ ਚੀਜ਼ ਦਾ ਪਤਾ ਲਾਉਣ ਲਈ ਵੀ ਤੁਸੀਂ ਸੱਚ ਬੋਲਦੇ ਹੋ ਕਿ ਝੂਠ ਬੋਲਦੇ ਹੋ। ਔਰ ਕਈ ਵਾਰ ਲੋਕ ਕਹਿ ਦਿੰਦੇ ਨੇ ਜਦੋਂ ਵੀਜ਼ਾ ਡਿਨਾਈ ਹੋ ਜਾਂਦਾ, ਯਾਰ ਉਹ ਘਰੋਂ ਲੜ ਕੇ ਆਇਆ ਸੀ ਨਾ, ਉਹਦਾ ਮੂਡ ਆਫ ਸੀ, ਮੂਡ ਖਰਾਬ ਸੀ, ਇਸ ਕਰਕੇ ਆਬਵੀਅਸਲੀ ਰਿਜੈਕਟ ਕਰਤਾ ਮੈਨੂੰ। ਇਸੇ ਕਰਕੇ ਅਸੀਂ ਕਹਿੰਦੇ ਆ ਬਿਕੋਜ਼ ਸਾਨੂੰ ਚੀਜ਼ਾਂ ਦਾ ਪਤਾ ਨਹੀਂ ਆ। ਅਸੀਂ ਤਦ ਤੱਕ ਚੀਜ਼ਾਂ ਨੂੰ ਜਾਦੂ ਮੰਨਦੇ ਆ ਜਦ ਤੱਕ ਸਾਨੂੰ ਸਾਇੰਸ ਦੀ ਸਮਝ ਆਉਂਦੀ ਨਹੀਂ। ਸੋ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਬਚਪਨ 'ਚ ਵੇਖੀਆਂ ਹੋਣਗੀਆਂ, ਉਸ ਸਮੇਂ ਤੇ ਜਾਦੂ ਲੱਗਦੀਆਂ ਹੁੰਦੀਆਂ ਸੀ। ਸੋ ਜਿੱਦਾਂ ਗ੍ਰੈਜੂਅਲੀ ਤੁਸੀਂ ਵੱਡੇ ਹੋਏ, ਸੁਭਾਵਿਕ ਤੌਰ ਤੇ ਤੁਹਾਨੂੰ ਚੀਜ਼ਾਂ ਦੀ ਸਮਝ ਲੱਗਣ ਲੱਗ ਪਈ, ਉਹ ਛੋਟੇ ਮੋਟੇ ਪ੍ਰੋਸੈਸ ਬਣ ਕੇ ਰਹਿ ਗਈਆਂ। ਸੋ ਇਸੇ ਕਰਕੇ ਮੈਂ ਬੋਲਦਾ ਕਿ ਇਹ ਸਾਇੰਟੀਫਿਕ ਪ੍ਰੋਸੈਸ ਆ, ਇਹ ਸਾਇੰਸ ਆਫ ਵੀਜ਼ਾ ਆ। ਇਹ ਜਾਂ ਤੈਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ। ਟਰੂ। ਅੱਛਾ, ਇੱਕ ਪੁਆਇੰਟ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਪੱਕਾ ਉੱਥੇ ਹੋਣ ਵਾਸਤੇ, ਜਿਹਨੂੰ ਆਪਾਂ ਕਹਿੰਦੇ ਪੱਕਾ ਐਪਲੀਕੈਂਟ ਬਣਨ ਵਾਸਤੇ, ਜਿਹੜਾ ਫਰਸਟ ਕੁਐਸਚਨ ਮੈਂ ਪੁੱਛਿਆ ਸੀ, ਤੁਸੀਂ ਇੰਟਰਸਟਿਡ ਹੋ, ਤੁਹਾਡਾ ਕੇਸ ਲੱਗਾ ਹੋਇਆ, ਤੁਹਾਨੂੰ ਤੁਹਾਡੀ ਫੈਮਿਲੀ ਬਲੱਡ ਰਿਲੇਸ਼ਨ ਨੇ ਤੁਹਾਨੂੰ ਸਪਾਂਸਰ ਕਰ ਦਿੱਤਾ, ਨਾਓ ਯੂ ਆਰ ਵੇਟਿੰਗ ਫॉर दैट ਪ੍ਰੋਸੈਸ ਟੂ ਬੀ ਕੰਪਲੀਟਡ। ਸੋ ਕੋਈ ਵੀ ਦੇਸ਼ ਤੁਹਾਨੂੰ ਕਿਉਂ ਸੈਟਲ ਕਰੇਗਾ ਆਪਣੇ ਦੇਸ਼ ਦੇ ਅੰਦਰ? ਕਿਉਂ ਤੁਹਾਨੂੰ ਉਹ ਆਪਣੇ ਘਰ ਆਉਣ ਦੇਗਾ, ਉੱਥੇ ਪੱਕਾ ਤੁਹਾਨੂੰ ਨਾਗਰਿਕ, ਉੱਥੋਂ ਦਾ ਸਿਟੀਜ਼ਨ ਬਣਨਾ ਅਲਾਉ ਕਰੇਗਾ? ਸੰਦੀਪ ਜੀ, ਅਸਲ 'ਚ ਪੂਰੀ ਦੁਨੀਆ ਦੇ ਵਿੱਚ ਸਾਨੂੰ ਇਹ ਚੀਜ਼, ਤੁਹਾਡਾ ਕੁਐਸਚਨ ਬਹੁਤ ਜਾਇਜ਼ ਆ ਔਰ ਇਹ ਸਵਾਲ ਤਾਂ ਆ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਆ, ਅਸੀਂ ਓਵਰ ਪਾਪੂਲੇਟਡ ਆ। ਸੋ ਤਾਂ ਕਰਕੇ ਸਾਨੂੰ ਲੱਗਦਾ ਵੀ ਯਾਰ ਜਿਹੜੀ ਚੀਜ਼ ਸਾਡੇ ਲਈ ਪ੍ਰੋਬਲਮ ਹੈ, ਕਿਸੇ ਲਈ ਬਲੈਸਿੰਗ ਕਿੱਦਾਂ ਹੋ ਸਕਦੀ ਹੈ, ਜਦ ਕਿ ਇਹ ਉਹਨਾਂ ਲਈ ਬਲੈਸਿੰਗ ਆ। ਸੋ ਬਹੁਤ ਸਾਰੇ ਕੰਟਰੀਜ਼ ਜਿਹੜੇ ਆ, ਸਪੈਸ਼ਲੀ ਦਾ ਐਂਟਾਇਰ ਵੈਸਟਰਨ ਵਰਲਡ, ਇਹ ਸਾਰੇ ਅੱਜ ਵੀ ਮੈਨ ਪਾਵਰ ਸ਼ਾਰਟੇਜ ਗਿਣਦੇ ਨੇ। ਸੋ ਅੱਜ ਵੀ ਕੈਨੇਡਾ ਦੇ, ਹਾਲੇ ਕੱਲ ਪਰਸੋਂ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ, ਉਹਨਾਂ ਨੇ ਕਿਹਾ ਕਿ ਸਾਡੇ ਕੋਲ 1 ਮਿਲੀਅਨ ਜੌਬਸ ਪਈਆਂ ਆ ਔਰ ਇਹਦੇ ਉੱਪਰ ਸਿਰਫ ਤੇ ਸਿਰਫ ਫੋਰਨ ਵਰਕਰਸ ਹੀ ਆਉਣਗੇ। ਮੀਨਸ ਇਹਨੂੰ ਅਸੀਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਕਹਿੰਦੇ ਆ। ਸੇਮ ਤਰੀਕੇ ਨਾਲ ਅਮਰੀਕਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਨੇ। ਔਰ ਸਭ ਤੋਂ ਵੱਡੀ ਗੱਲ, ਅਮਰੀਕਾ ਅਸਲ 'ਚ ਕਿਸੇ ਨੂੰ ਬਿਲੋਂਗ ਨਹੀਂ ਕਰਦਾ। ਅਮਰੀਕਾ ਪੂਰੀ ਦੁਨੀਆ ਦਾ ਸਾਂਝਾ ਮੁਲਕ ਹੈ। ਪੂਰੀ ਦੁਨੀਆ ਤੋਂ ਲੋਕ ਆ ਕੇ ਉੱਥੇ ਵਸੇ ਆ। ਸੋ ਪੂਰੀ ਦੁਨੀਆ ਦੇ ਮਾਈਗ੍ਰੈਂਟਸ ਨੇ ਅਮਰੀਕਾ ਨੂੰ ਘਰ ਬਣਾਇਆ ਹੈ। ਸੋ ਅਮਰੀਕਾ ਕਿਸੇ ਜਾਤੀ ਦਾ ਨਹੀਂ, ਕਿਸੇ ਧਰਮ ਦਾ ਨਹੀਂ, ਕਿਸੇ ਮਜ਼ਹਬ ਦਾ ਨਹੀਂ, ਕਿਸੇ ਇਲਾਕੇ ਦਾ ਨਹੀਂ। ਸੋ 100% ਲੋਕ ਬਾਹਰੋਂ ਆ ਕੇ ਵਸੇ ਆ।
ਸੋ ਇਸ ਕਰਕੇ ਅਮਰੀਕਾ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਹਮੇਸ਼ਾ ਇਮੀਗ੍ਰੇਸ਼ਨ ਦੇ ਫੇਵਰ ਦੇ ਵਿੱਚ ਹੋਣਗੀਆਂ। ਤੁਸੀਂ ਦੇਖੋ ਕਿੰਨੇ ਮੁਲਕ ਨੇ ਜਿਹੜੇ ਅੱਜ ਬੱਚਾ ਪੈਦਾ ਹੁੰਦਾ ਉਹਨੂੰ ਕਹਿੰਦੇ ਵੀ ਇਹ ਸਾਡਾ ਆ। ਯੈਸ। ਸੋ ਸਾਰੀ ਦੁਨੀਆ ਕਹਿੰਦੀ ਕਿ ਇਹਦੇ ਪੇਰੈਂਟਸ ਕਿੱਥੋਂ ਦੇ ਆ, ਉਹਨਾਂ ਦਾ ਸਟੇਟਸ ਕੀ ਆ, ਸੋ ਉਹਦੇ ਹਿਸਾਬ ਨਾਲ ਇਹਨੂੰ ਪਾਸਪੋਰਟ ਦੇਣਾ ਨਹੀਂ ਦੇਣਾ, ਆਪਣੀ ਐਮਬੈਸੀ ਅਪਲਾਈ ਕਰੋ, ਇਦਾਂ ਦੀ ਪ੍ਰਕਿਰਿਆ ਆ। ਅਮਰੀਕਾ ਚਾਹੇ ਤੁਹਾਡੇ ਪੇਰੈਂਟਸ ਚੋਰ ਨੇ, ਚਾਹੇ ਸਾਧ ਨੇ, ਚਾਹੇ ਕ੍ਰਿਮੀਨਲਸ ਨੇ, ਚਾਹੇ ਗੁੱਡ ਸਿਟੀਜ਼ਨਸ ਨੇ, ਜਿਹੜਾ ਬੱਚਾ ਅਮਰੀਕਾ 'ਚ ਪੈਦਾ ਹੋ ਗਿਆ ਉਹ ਅਮਰੀਕਾ ਦਾ ਆ। ਸੋ ਇਹ ਇੱਕ ਮੈਂਟੈਲਿਟੀ ਆ, ਇਹ ਇੱਕ ਸਾਈਕੋਲੋਜੀ ਆ, ਇਹ ਅਮਰੀਕਾ ਦਾ DNA ਆ ਜਿੱਥੋਂ ਅਮਰੀਕਾ ਬਣਿਆ ਆ। ਸੋ ਇਸ ਕਰਕੇ ਕੋਈ ਵੀ ਚੀਜ਼ਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਸੋ ਤੁਸੀਂ ਵੇਖਿਆ ਕਿ ਅਮਰੀਕਾ ਨੇ ਇੱਕ ਯੂਨੀਵਰਸਲ ਬ੍ਰਦਰਹੁੱਡ ਵਾਲੀ ਜਗ੍ਹਾ ਬਣਾਈ ਹੋਈ ਆ ਔਰ ਫਾਈਨਲੀ ਅਮਰੀਕਾ ਦੀ ਇਹ ਜਗ੍ਹਾ ਸਦਾ ਲਈ ਰਹਿਣ ਵਾਲੀ ਆ। ਔਰ ਰਹੀ ਗੱਲ ਸਾਡੇ ਯੂਥ ਦੀ, ਸਾਨੂੰ ਲੋਕਾਂ ਨੂੰ ਕਿਉਂ ਬੁਲਾਉਂਦੇ ਆ? ਬਿਕੋਜ਼ ਸਾਡੇ ਲੋਕ ਇੰਟੈਲੈਕਟ ਨੇ, ਸਾਡਾ ਇੰਟੈਲੈਕਚੁਅਲ ਲੈਵਲ ਜਿਹੜਾ ਪੂਰੀ ਦੁਨੀਆ ਦੇ ਸਾਡੇ ਲੋਕਾਂ ਦਾ ਵੱਧ ਹੈ। ਅੱਜ ਹੀ ਮੈਂ ਸਵੇਰੇ ਇੱਕ ਖਬਰ ਪੜ੍ਹ ਰਿਹਾ ਸੀ ਕਿ ਅਮਰੀਕਾ ਦੇ ਨਿਊਯਾਰਕ ਦੇ ਕਿਸੇ ਸਕੂਲ ਦੇ ਵਿੱਚ ਜਿੱਥੇ ਕਿ ਕੰਪੀਟੀਸ਼ਨ ਦੇ ਆਧਾਰ ਦੇ ਉੱਪਰ ਐਂਟਰੈਂਸ ਐਗਜ਼ਾਮ ਦੇ ਉੱਪਰ ਕਿ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ, ਉਹਦੇ ਵਿੱਚ 61% ਲੋਕ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਦੇ ਸੀਗੇ। ਔਰ ਇਹ ਇੱਕ ਅਪੀਲ ਉੱਠੀ ਉੱਥੇ ਕਿ ਜਿਹੜੇ ਲੋਕਲਸ ਨੇ, ਜਿਹੜੇ ਜਿਹਨਾਂ ਨੂੰ ਅਸੀਂ ਅਮਰੀਕਨਸ ਕਹਿੰਦੇ ਤੁਸੀਂ, ਸੋ ਜਿਹੜੇ ਲੋਕਲਸ ਨੇ, ਮਾਈਗ੍ਰੈਂਟਸ ਤੋਂ ਇਲਾਵਾ ਜਿਹੜੇ ਲੋਕਲਸ ਨੇ, ਸੋ ਉਹਨਾਂ ਦੇ ਬੱਚਿਆਂ ਨੂੰ ਬਿਨਾਂ ਐਂਟਰੈਂਸ ਟੈਸਟ ਦਾਖਲਾ ਮਿਲੇ। ਉਹ ਅਮਰੀਕਾ ਜਿਹੜੇ ਲੋਕਲਸ ਨੇ ਉਹ ਚਾਹੁੰਦੇ ਨੇ ਕਿ ਜਿਹੜੇ ਬਾਹਰਲੇ ਬੱਚੇ ਨੇ ਉਹ ਤੇਜ਼ ਆ, ਇਹਨਾਂ ਦੇ ਨਾਲ ਪੜ੍ਹ ਕੇ ਸਾਡੀ ਵੀ ਸਕੂਲਿੰਗ ਬਿਹਤਰ ਹੋ ਸਕਦੀ ਹੈ। ਤੇ ਜਿਹੜੇ ਬਾਹਰਲੇ ਬੱਚੇ ਆ ਉਹ ਡਰਦੇ ਨੇ ਇਸ ਕਰਕੇ ਕਿ ਅਗਰ ਕੰਪੀਟੀਸ਼ਨ ਖਤਮ ਹੋ ਗਿਆ ਤੇ ਅਸੀਂ ਕਿਤੇ ਰੁਲਦੇ ਨਾ ਫਿਰੀਏ। ਸੋ ਇੰਟੈਲੈਕਟ ਬਾਹਰਲੇ ਲੋਕਾਂ ਦਾ ਆ, 61% ਉਹਦੇ ਵਿੱਚ ਸਾਡੇ ਲੋਕਾਂ ਦੀ ਪਾਪੂਲੇਸ਼ਨ ਹੈ ਇਹਨਾਂ ਸਕੂਲਸ ਦੇ ਵਿੱਚ। ਸੋ ਅਲਟੀਮੇਟਲੀ ਤੁਹਾਨੂੰ ਜਿਹੜਾ ਬ੍ਰੇਨ ਡਰੇਨ ਆ ਉਹਦਾ ਇੱਕ ਫਾਰਮੂਲਾ ਤੈਅ ਕੀਤਾ ਗਿਆ ਅਮਰੀਕਾ ਦੇ ਵਿੱਚ ਵੀ। ਇੱਕ ਤਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਨੇ ਜਿਹੜੀਆਂ ਫੈਮਿਲੀ ਵਾਲੀਆਂ ਉਹ ਤਾਂ ਹੈ ਹੀ ਹੈ, ਉਹਦੇ ਨਾਲ H1 ਹੋ ਗਿਆ, F1 ਹੋ ਗਿਆ, M1 ਹੋ ਗਿਆ, ਇਹ ਐਸੀਆਂ ਕੈਟਾਗਰੀਜ਼ ਕ੍ਰੀਏਟ ਕੀਤੀਆਂ ਗਈਆਂ ਜਿਹਦੇ ਨਾਲ ਕਿ ਤੁਸੀਂ ਪੂਰੀ ਦੁਨੀਆ ਦਾ ਪੜ੍ਹਨ ਲਿਖਣ ਵਾਲਾ ਬ੍ਰੇਨ ਵੀ ਇੱਥੇ ਲਿਆ ਸਕੋ, ਕੰਮ ਕਰਨ ਵਾਲੇ ਜਿਹੜੇ ਸਕਿਲਡ ਬੰਦੇ ਆ ਉਹਨਾਂ ਨੂੰ ਇੱਥੇ ਵਸਾ ਸਕੋ। ਦੈਟਸ ਨਾਈਸ। ਔਰ ਦ ਵੇ ਯੂ ਐਕਸਪਲੇਨ ਇਟ ਨਾ, ਤਾਂ ਬੜਾ ਆਪਣਾਪਨ ਲੱਗਦਾ ਉਹਦੇ ਵਿੱਚ। ਕਈ ਵਾਰ ਮੈਂ ਉਹਨੂੰ ਇੰਜੋਏ ਕਰਦੇ ਹੋਏ ਹੱਸ ਵੀ ਪੈਂਦਾ ਕਿ ਜਿਸ ਤਰ੍ਹਾਂ ਤੁਸੀਂ ਸਾਰਾ ਕੁਝ ਐਕਸਪਲੇਨ ਕਰਦੇ ਹੋ, ਲਾਈਟਰ ਸਾਈਡ ਤੇ ਲੈ ਕੇ ਜਾਂਦੇ ਹੋ। ਸੋ ਇਟਸ ਵੈਰੀ ਨਾਈਸ। ਸੋ ਇਹਦਾ ਮਤਲਬ ਇਹ ਹੈ ਕਿ ਸਾਡਾ ਜੋ ਏਸ਼ੀਅਨ ਬ੍ਰੇਨ ਹੈ ਉਹ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਨਵਾ ਚੁੱਕਾ। ਯੈਸ, ਇੰਡੀਅਨ ਸਪੈਸ਼ਲੀ ਅਗਰ ਤੁਸੀਂ ਇੰਡੀਆ ਦੀ ਗੱਲ ਕਰੋ, ਜਿੰਨੀਆਂ ਟੌਪ ਕੰਪਨੀਜ਼ ਨੇ ਸਭ ਸਾਡੇ ਲੋਕ ਉੱਥੋਂ ਦੇ CEO ਨੇ ਅੱਜ ਕੱਲ੍ਹ। ਸੋ ਜਿਹੜੇ ਤੁਸੀਂ ਜਿੰਨੀਆਂ ਅਸੀਂ IT ਵਰਲਡ ਨੇ ਪੂਰੀ ਦੁਨੀਆ ਤੇ ਰੂਲ ਕੀਤਾ ਹੋਇਆ, ਸੋ IT ਦੇ ਵਿੱਚ ਤੁਸੀਂ ਟੌਪ ਪੋਜੀਸ਼ਨਸ ਵੇਖੋ ਸਾਡੇ ਲੋਕਾਂ ਦੀ ਹੈ। ਸੋ H1 ਦੇ ਵਿੱਚ ਸਾਰੇ ਸਭ ਤੋਂ ਵੱਧ ਜਿਹੜੀਆਂ ਹਾਈਐਸਟ ਪੇਡ ਜੌਬਸ ਨੇ ਉਹ ਵੀ IT ਦੀਆਂ ਨੇ ਔਰ ਉਹਦੇ ਵਿੱਚ ਵੀ ਸਾਰੇ ਇੰਡੀਅਨਸ ਸਭ ਤੋਂ ਵੱਧ ਇੰਪਲੋਇਡ ਨੇ। ਸੋ ਆਬਵੀਅਸਲੀ ਜਿਹੜਾ ਕੈਲੀਬਰ ਆ, ਜਿਹੜਾ ਪੜ੍ਹਿਆ ਲਿਖਿਆ ਹੈ, ਜਿਹੜਾ ਇੰਟੈਲੈਕਟ ਹੈ, ਉਹਨੇ ਰੂਲ ਕਰਨਾ ਹੀ ਕਰਨਾ ਹੈ। ਸੋ ਅਸੀਂ ਸਧਾਰਨ ਸਮਝ ਦੇ ਨਾਲ, ਜ਼ਿਆਦਾ ਮਿਹਨਤ ਦੇ ਨਾਲ ਕੋਈ ਆਊਟਸ਼ਾਈਨ ਕਰ ਸਕਦਾ, ਪਰ ਜਿਹੜਾ ਐਜੂਕੇਸ਼ਨ ਆ ਇਹ ਸ਼ੋਰਟ ਵੇ ਆ। ਸੋ ਕਿਸੇ ਨੂੰ ਸਕਸੈਸ ਮਿਲ ਗਈ ਕੁਝ ਵੀ ਕਰਦੇ ਨੂੰ ਉਹ ਬੰਦਾ, ਪਰ ਇਹ ਤੁਸੀਂ ਇਹਦੇ ਨਾਲ ਕਰੀਅਰਸ ਨੂੰ ਨਹੀਂ ਗਿਣ ਸਕਦੇ ਕਿ ਅਸੀਂ ਇਦਾਂ ਹੀ ਕਰਕੇ ਸਾਨੂੰ ਵੀ ਕਿਸੇ ਦਿਨ ਸਾਡੀ ਵੀ ਲੋਟਰੀ ਲੱਗ ਜਾਏਗੀ। ਸੋ ਜਿਹੜਾ ਤੈਅ ਕੀਤਾ ਪਿਆ ਤਰੀਕਾ ਆ ਉਹ ਪੜ੍ਹਾਈ ਲਿਖਾਈ ਵਾਲਾ ਆ, ਉਹ ਕਿਤਾਬਾਂ ਵਾਲਾ ਆ, ਉਹ ਡਿਗਰੀਜ਼ ਵਾਲਾ ਆ ਔਰ ਵੀ ਇੰਡੀਅਨਸ ਵੀ ਆਰ ਵੈਰੀ ਗੁੱਡ ਐਟ। ਸੋ ਪ੍ਰਾਊਡ ਟੂ ਬੀ ਐਨ ਇੰਡੀਅਨ। ਥੈਂਕ ਯੂ ਸੋ ਮਚ, ਤੁਸੀਂ ਜੋ ਐਕਸਪਲੇਨ ਕੀਤਾ ਔਰ ਐਕਸਪੀਰੀਅੰਸ ਆਪਣਾ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ, ਥੈਂਕ ਯੂ ਸੋ ਮਚ। ਔਰ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਹੋਰ ਸੀਰੀਜ਼ ਕਰਦੇ ਰਵਾਂਗੇ ਤੇ ਆਪਣੇ ਦਰਸ਼ਕਾਂ ਦੀਆਂ ਜਿਹੜੀਆਂ ਸਾਰੀਆਂ ਕੁਐਰੀਜ਼ ਨੇ ਉਹਨਾਂ ਦਾ ਆਨਸਰ ਵੀ ਤੁਸੀਂ ਦਿੰਦੇ ਰਹੋਗੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣੇ, ਇਸ ਨਾਲ ਜੁੜੇ। ਇਸੇ ਤਰ੍ਹਾਂ ਹੀ ਆਪਣੇ ਕਮੈਂਟਸ ਭੇਜਦੇ ਰਹੋ, ਆਪਣੀਆਂ ਕੁਐਰੀਜ਼ ਸਾਡੇ ਕੋਲ ਭੇਜਦੇ ਰਹੋ, ਅਸੀਂ ਤੁਹਾਨੂੰ ਆਨਸਰ ਦਿੰਦੇ ਰਵਾਂਗੇ। ਥੈਂਕ ਯੂ ਸੋ ਮਚ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।